ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆਪਾਂ ਡਿਸਕਸ ਕਰ ਰਹੇ ਸੀਗੇ ਮਾਰਕੀਟਿੰਗ ਮੈਨੇਜਮੈਂਟ ਚੈਪਟਰ। ਆਲਮੋਸਟ ਜਿਹੜਾ ਮੇਨ ਟੌਪਿਕ ਹੈ ਇਸ ਚੈਪਟਰ ਦਾ ਉਹ ਆਪਾਂ ਸਾਰਾ ਕਵਰ ਕਰ ਲਿਆ। 4 ਪੀਸ ਵੀ ਕਰ ਲਿਆ, ਫਿਲਾਸਫੀਜ਼ ਵੀ ਕਰ ਲਿਆ, ਮਾਰਕੀਟਿੰਗ ਮੈਨੇਜਮੈਂਟ ਦੇ ਵਿੱਚ ਆਪਾਂ ਕੀ ਫੰਕਸ਼ਨਸ ਪਰਫਾਰਮ ਕਰਦੇ ਹਾਂ ਉਹ ਵੀ ਡਿਸਕਸ ਕਰ ਲਏ। ਹੁਣ ਜਿਹੜੀ ਆਪਾਂ 3rd ਪੀ ਆਫ ਮਾਰਕੀਟਿੰਗ ਮਿਕਸ ਡਿਸਕਸ ਕੀਤੀ ਸੀ ਕਿ ਪ੍ਰਮੋਸ਼ਨ ਮਿਕਸ, ਉਹਦੇ ਕੁਝ ਐਲੀਮੈਂਟਸ 4 एलिमेंट्स आप पढ़े गए प्रमोशन मिक्स ਦੇ ਵਿੱਚ। एडवर्टाइजिंग, पब्लिक रिलेशंस यानी कि पब्लिसिटी हो गई, ठीक है। देन आप सेल्स प्रमोशन पढ़िया सीगा, एक पब्लिक पर्सनल सेलिंग पढ़िया सी। ਇਹਨਾਂ ਚਾਰਾਂ ਟੌਪਿਕਸ ਬਾਰੇ ਡਿਟੇਲ ਦੇ ਵਿੱਚ ਆਪਣੇ ਕੋਲੇ ਛੋਟੇ-ਛੋਟੇ ਯੂਨਿਟਸ ਬਣੀਆਂ ਹੋਈਆਂ 11.234 ਦੇ ਵਿੱਚ। ਇਹ ਟੌਪਿਕ ਆਪਾਂ ਨੂੰ ਡਿਟੇਲ ਦੇ ਵਿੱਚ ਦਿੱਤੇ ਹੋਏ ਤਾਂ ਉਹ ਵੀ ਆਪਾਂ ਡਿਸਕਸ ਕਰ ਲੈਣੇ ਹੈਗੇ ਅੱਜ ਦੇ ਲੈਕਚਰ ਦੇ ਵਿੱਚ ਸਾਰਾ। ਤੇ ਇਹਦੇ ਨਾਲ ਆਪਣਾ ਮਾਰਕੀਟਿੰਗ ਮੈਨੇਜਮੈਂਟ ਜੋ ਚੈਪਟਰ ਉਹ ਕੰਪਲੀਟ हो जाऊगा। हुण तुहानू इस चैप्टर दे विच कोई भी क्वेरी है, कोई भी डाउट हैगा, वो प्लीज आपदा पढ़ के चंगी तरह ये चैप्टर क्वेरीज पूछ लो। एग्जाम्स अपने नेड़े आ गए, डेट शीट आ गई है, ठीक है। तो चलो प्रमोशन मिक्स दे जो एलिमेंट्स है 4 उन्होंने डिटेल दे विच डिस्कस कर देंगे। सब तो पहला एलिमेंट है एडवरटाइजिंग। एडवरटाइजिंग देखो तुहानू पता ही है, लोगों को आपां इंफॉर्मेशन पहुंचानी है अपने प्रोडक्ट दे विच, प्रोडक्ट बारे। तो वह आपदे प्रोडक्ट की या आपदे प्रोडक्ट की इंफॉर्मेशन जो तुसी लोकां नू कोई मास कम्युनिकेशन का मीडिया यूज करके पहुंचा रहे हो, कोई भी मीडियम हो सकता है, सोशल मीडिया इंस्टाग्राम फेसबुक भी हो सकता है, व्हाट्सएप थ्रू भी हो सकता है, ठीक है, न्यूज़पेपर भी हो सकता है, टेलीविजन भी हो सकता है, रेडियो, कोई भी मास कम्युनिकेशन मीडिया यूज करके मतलब कोई भी एहो जिहा मीडियम यूज करके जिहदे थ्रू इक्को वारी च तुसी बहुत सारे लोकां तक आपदे प्रोडक्ट की इंफॉर्मेशन पहुंचा सकते हो, उहनूं आपां कहने हैगे एडवरटाइजमेंट। देखो एडवरटाइजमेंट का सिंपल यही मतलब हुंदा हैगा कि तुसी आपदे प्रोडक्ट की जानकारी दे रहे हो लोकां नूं। ते जदों तुसी लोकां नूं लार्ज नंबर ऑफ पीपल्स नूं इक वारी च आपदी जानकारी दिंदे हो, ओह आपां एडवरटाइजिंग टूल कहने आ। इट रेफर्स टू पेड एंड नॉन पर्सनल कम्युनिकेशन टू अ टारगेट मार्केट फ्रॉम एन आइडेंटिफाइड स्पॉन्सर यूजिंग मास कम्युनिकेशन चैनल्स। कोई भी मास कम्युनिकेशन चैनल जिवें आपां गल कीती न्यूज़पेपर, टीवी, रेडियो, इंस्टाग्राम, फेसबुक, कोई भी मास कम्युनिकेशन चैनल हो सकता है। ਇਹਦੇ ਥਰੂ ਜਦੋਂ ਕੋਈ ਆਇਡੈਂਟੀਫਾਈਡ ਸਪਾਂਸਰ ਕੀ ਕਰ ਰਿਹਾ ਹੈਗਾ, ਟਾਰਗੇਟ ਮਾਰਕੀਟ ਨੂੰ ਆਪਦੀ ਪ੍ਰੋਡਕਟ ਦੀ ਇਨਫੋਰਮੇਸ਼ਨ ਦੇ ਰਿਹਾ ਹੈਗਾ, ਕਮਿਊਨੀਕੇਟ ਕਰ ਰਿਹਾ ਆਪਦੇ ਪ੍ਰੋਡਕਟ ਬਾਰੇ, ਤੇ ਉਸ ਕਮਿਊਨੀਕੇਸ਼ਨ ਬਦਲੇ ਉਹ ਪੈਸੇ ਪੇ ਕਰ ਰਿਹਾ ਹੈਗਾ। ਤੇ ਇਹ ਕਮਿਊਨੀਕੇਸ਼ਨ ਜੋ ਹੈ ਨਾਨ ਪਰਸਨਲ ਹੁੰਦੀ ਹੈਗੀ ਕਿ ਤੁਸੀਂ ਪਰਸਨਲੀ ਮਿਲ ਕੇ ਲੋਕਾਂ ਨੂੰ ਇਨਫੋਰਮੇਸ਼ਨ ਨਹੀਂ ਦੇ ਰਹੇ, ਬਸ ਕਿਸੇ ਵੀ ਮੀਡੀਅਮ ਥਰੂ ਉਹਨਾਂ ਤੱਕ ਇਨਫੋਰਮੇਸ਼ਨ ਪਹੁੰਚਾ ਰਹੇ ਹੋ, ਉਹਨੂੰ ਆਪਾਂ ਐਡਵਰਟਾਈਜ਼ਮੈਂਟ ਕਹਿੰਦੇ ਆ। ਫੀਚਰਸ ਆਫ ਐਡਵਰਟਾਈਜ਼ਮੈਂਟ, ਡੈਫੀਨੇਸ਼ਨ ਦੇ ਵਿੱਚੋਂ ਹੀ ਸਾਰੇ ਫੀਚਰਸ ਚੱਕੇ ਜਾਣਗੇ। पेड फॉर्म सब तो पहला फीचर, नॉन पर्सनल इम्पर्सनल प्रेजेंटेशन। ਇਹਦੇ ਵਿੱਚ ਕੀ ਹੈਗਾ, ਪਰਸਨਲੀ ਜਾ ਕੇ ਤੁਸੀਂ ਲੋਕਾਂ ਨੂੰ ਨਹੀਂ ਮਿਲਦੇ ਬਲਕਿ ਉਹਨਾਂ ਨੂੰ ਇਨਫੋਰਮੇਸ਼ਨ ਪਹੁੰਚਾ ਰਹੇ ਹੋ ਕਿਸੇ ਵੀ ਮੀਡੀਅਮ ਥਰੂ। ਸਪੀਡੀ ਐਂਡ ਮਾਸ ਕਮਿਊਨੀਕੇਸ਼ਨ, ਜਦੋਂ ਤੁਸੀਂ ਇਹਦੇ ਥਰੂ ਐਡਵਰਟਾਈਜ਼ਿੰਗ ਥਰੂ ਇਨਫੋਰਮੇਸ਼ਨ ਪਹੁੰਚਾਉਂਦੇ ਹੋਗੇ ਤਾਂ ਉਹਦੇ ਨਾਲ ਕੀ ਹੁੰਦਾ, ਬਹੁਤ ਛੇਤੀ ਤੇ ਬਹੁਤ ਜ਼ਿਆਦਾ ਲੋਕਾਂ ਤੱਕ ਇੱਕੋ ਵਾਰੀ ਚ ਤੁਸੀਂ ਇਨਫੋਰਮੇਸ਼ਨ ਪਹੁੰਚਾ ਸਕਦੇ ਹੋਗੇ। ਤੇ ਇਹਦਾ ਜਿਹੜਾ ਸਪਾਂਸਰ ਹੁੰਦਾ, ਮਤਲਬ ਜੋ ਪਰਸਨ ਐਡਵਰਟਾਈਜ਼ਮੈਂਟ ਦੇ ਰਿਹਾ ਹੈਗਾ, ਉਹਦੇ ਬਾਰੇ ਵੀ ਤੁਸੀਂ ਈਜ਼ੀਲੀ ਪਤਾ ਲਗਾ ਸਕਦੇ ਹੋਗੇ ਕਿ ਕਿਹਨੇ ਐਡਵਰਟਾਈਜ਼ਮੈਂਟ ਦਿੱਤੀ ਹੈਗੀ। ਜਿਵੇਂ ਕਿ ਸਰਫ ਐਕਸਲ ਦੀ ਤੁਸੀਂ ਐਡਵਰਟਾਈਜ਼ਮੈਂਟ ਦੇਖਦੇ ਹੋਗੇ ਤਾਂ ਸਰਫ ਐਕਸਲ ਦੀ ਐਡਵਰਟਾਈਜ਼ਮੈਂਟ ਉਹੀ ਬੰਦਾ ਦਊਗਾ ਜੋ ਸਰਫ ਐਕਸਲ ਕੰਪਨੀ ਦਾ ਓਨਰ ਹੈ। ਕੁਰਕਰੇ ਦੀ ਐਡਵਰਟਾਈਜ਼ਮੈਂਟ ਆਪਾਂ ਦੇਖ ਦਾਂਗੇ, ਕੁਰਕਰੇ ਦੀ ਐਡਵਰਟਾਈਜ਼ਮੈਂਟ ਉਹੀ ਦਊਗਾ ਜੋ ਕੁਰਕਰੇ ਮੈਨੂਫੈਕਚਰ ਕਰ ਰਿਹਾ ਹੈਗਾ। ਤਾਂ ਇਸ ਤਰ੍ਹਾਂ ਨਾਲ ਸਪਾਂਸਰ ਜੋ ਹੈ ਤੁਸੀਂ ਆਇਡੈਂਟੀਫਾਈ ਕਰ ਸਕਦੇ ਹੋ ਕਿ ਕਿਹੜਾ ਬੰਦਾ ਇਹ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾ ਰਿਹਾ ਹੈਗਾ। ਤਾਂ ਇਹ ਸੀਗੇ ਐਡਵਰਟਾਈਜ਼ਿੰਗ ਦੇ ਫੀਚਰਸ। ਨਾਓ ਨੈਕਸਟ ਇਜ਼ ਪਰਸਨਲ ਸੈਲਿੰਗ। ਪਰਸਨਲ ਸੈਲਿੰਗ ਮੀਨਸ ਕਿ ਫੇਸ ਟੂ ਫੇਸ ਜਾ ਕੇ ਤੁਸੀਂ ਜਦੋਂ ਕਸਟਮਰਸ ਨਾਲ ਮਿਲ ਰਹੇ ਹੋਗੇ, ਉਹਨਾਂ ਨੂੰ ਆਪਦੇ ਪ੍ਰੋਡਕਟ ਬਾਰੇ ਇਨਫੋਰਮ ਕਰ ਰਹੇ ਹੋਗੇ, ਦੈਟ ਇਜ਼ ਪਰਸਨਲ ਸੈਲਿੰਗ। ਇਟ ਰੈਫਰਸ ਟੂ ਕੰਟੈਕਟਿੰਗ ਪ੍ਰੋਸਪੈਕਟਿਵ ਬਾਇਰਸ ਪਰਸਨਲੀ। ਜਿਹੜੇ ਵੀ ਬਾਇਰਸ ਹੈਗੇ ਤੁਹਾਡੇ, ਉਹਨਾਂ ਨੂੰ ਜਦੋਂ ਤੁਸੀਂ ਪਰਸਨਲੀ ਜਾ ਕੇ ਮਿਲਦੇ ਹੋਗੇ, ਉਹ ਪਰਸਨਲ ਸੈਲਿੰਗ ਆਪਾਂ ਉਹਨੂੰ ਕਹਿੰਦੇ ਹੈਗੇ। ਹੁਣ ਉੱਥੇ ਕੀ ਸੀਗਾ, ਉੱਥੇ ਤੁਸੀਂ ਪਰਸਨਲੀ ਜਾ ਕੇ ਨਹੀਂ ਮਿਲ ਰਹੇ, ਜਸਟ ਕਿਸੇ ਮੀਡੀਅਮ ਥਰੂ ਇਨਫੋਰਮੇਸ਼ਨ ਪਹੁੰਚਾ ਰਹੇ ਹੋ। ਇੱਥੇ ਕੀ ਤੁਸੀਂ ਲੋਕਾਂ ਨੂੰ ਪਰਸਨਲੀ ਜਾ ਕੇ ਇਨਫੋਰਮੇਸ਼ਨ ਪਹੁੰਚਾ ਰਹੇ ਹੋਗੇ। ਤੇ ਇਹ ਕੀ ਹੋਗੀ, ਪਰਸਨਲ ਫਾਰਮ। ਉਹ ਕੀ ਸੀਗੀ, ਨਾਨ ਪਰਸਨਲ ਇਮਪਰਸਨਲ ਫਾਰਮ। ਡਿਵੈਲਪਮੈਂਟ ਆਫ ਰਿਲੇਸ਼ਨਸ, ਜਦੋਂ ਤੁਸੀਂ ਲੋਕਾਂ ਨੂੰ ਜਾ ਕੇ ਪਰਸਨਲੀ ਮਿਲੋਗੇ, ਉਹਨਾਂ ਨਾਲ ਗੱਲਬਾਤ ਕਰੋਗੇ, ਉਹਨਾਂ ਨੂੰ ਪ੍ਰੋਡਕਟ ਆਪਦੇ ਵੇਚੋਗੇ, ਤਾਂ ਉਹਦੇ ਨਾਲ ਕੀ ਹੋਊਗਾ, ਤੁਹਾਡੇ ਰਿਲੇਸ਼ਨਸ ਲੋਕਾਂ ਨਾਲ ਕ੍ਰੀਏਟ ਹੋਣਗੇ, ਕਸਟਮਰ ਬਣਨਗੇ ਲੋਕ ਆਪਣੇ। ਔਰਲ ਕਨਵਰਸੇਸ਼ਨ, ਇੱਥੇ ਕੀ ਹੈਗਾ, ਜੋ ਵੀ ਸੇਲਸ ਪਰਸਨ ਹੈ ਤੇ ਕਸਟਮਰ ਹੈ, ਉਹਨਾਂ ਦੇ ਵਿੱਚ ਇੱਕ ਕਨਵਰਸੇਸ਼ਨ ਹੋਊਗੀ, ਕਮਿਊਨੀਕੇਸ਼ਨ ਹੋਊਗੀ। ਉੱਥੇ ਕਮਿਊਨੀਕੇਸ਼ਨ 1 ਵੇ ਹੈ, ਜਸਟ ਤੁਸੀਂ ਇਨਫੋਰਮੇਸ਼ਨ ਪਹੁੰਚਾ ਰਹੇ ਹੋਗੇ। ਇੱਥੇ ਕੀ ਹੈਗੀ, ਕਮਿਊਨੀਕੇਸ਼ਨ 2 ਵੇ ਹੋਊਗੀ, ਕਨਵਰਸੇਸ਼ਨ ਹੋਊਗੀ ਦੋਨਾਂ ਪਰਸਨਸ ਦੇ ਵਿੱਚ ਕਾਰ। क्विक सोल्यूशन ऑफ क्वेरीज, ਹੁਣ ਜਦੋਂ ਉਹਨਾਂ ਦੀ ਕਨਵਰਸੇਸ਼ਨ ਹੋ ਰਹੀ ਹੈਗੀ, ਸੇਲਸ ਪਰਸਨ ਕਸਟਮਰ ਨੂੰ ਆਪਦੇ ਪ੍ਰੋਡਕਟ ਦੀ ਇਨਫੋਰਮੇਸ਼ਨ ਦੇ ਰਿਹਾ ਹੈਗਾ। ਕਸਟਮਰ ਨੂੰ ਜੇ ਕੋਈ ਵੀ ਡਾਊਟ ਆਉਂਦਾ ਪ੍ਰੋਡਕਟ ਦੇ ਰਿਗਾਰਡਿੰਗ, ਕੋਈ ਵੀ ਕੁਐਰੀ ਆਉਂਦੀ ਹੈਗੀ, ਤਾਂ ਸੇਲਸ ਪਰਸਨ ਕੀ ਕਰ ਸਕਦਾ, ਕੁਇਕਲੀ ਨਾਲ ਦੀ ਨਾਲ ਉਸ ਕੁਐਰੀ ਨੂੰ ਸੋਲਵ ਵੀ ਕਰ ਸਕਦਾ ਹੈਗਾ।
रिसीट ऑफ एडिशनल इंफॉर्मेशन, जे कोई एडिशनल इंफॉर्मेशन कस्टमर ਨੂੰ ਚਾਹੀਦੀ ਹੈਗੀ ਤੇ ਪਰਸਨਲ ਸੈਲਿੰਗ ਦੇ ਥਰੂ ਉਹ ਐਡੀਸ਼ਨਲ ਇੰਫੋਰਮੇਸ਼ਨ ਵੀ ਕਸਟਮਰ ਨੂੰ ਮਿਲ ਸਕਦੀ ਹੈਗੀ ਤੇ ਇਹਦੇ ਵਿੱਚ ਰੀਅਲ ਸੇਲ ਪੋਸੀਬਲ ਹੋ ਸਕਦੀ ਹੈਗੀ। ਉਹਦੇ ਵਿੱਚ ਜਸਟ ਕੀ ਹੈਗਾ, ਆਪਾਂ ਨੂੰ ਇੱਕ ਵਾਰੀ ਐਡਵਰਟਾਈਜ਼ਮੈਂਟ ਦਿਖੇਗੀ, ਲੈਣਾ ਨਾ ਲੈਣਾ ਆਪਾਂ ਬਾਅਦ ਚੋਂ ਸੋਚਦੇ, ਖਰੀਦਾਂਗੇ ਨਹੀਂ ਖਰੀਦਾਂਗੇ ਉਹ ਵੀ ਬਾਅਦ ਚੋਂ ਸੋਚਦੇ। ਇਹਦੇ ਵਿੱਚ ਕੀ ਹੁੰਦਾ ਹੈਗਾ, ਸੇਲਸਮੈਨ ਕੋਲੇ ਪ੍ਰੋਡਕਟਸ ਆਲਰੇਡੀ ਅਵੇਲੇਬਲ ਹੁੰਦੇ ਹੈਗੇ, ਪ੍ਰੋਡਕਟ ਦਿਖਾ ਕੇ ਉਹ ਆਪਦੀ ਇਨਫੋਰਮੇਸ਼ਨ ਕਸਟਮਰ ਨੂੰ ਦੇ ਰਿਹਾ ਹੁੰਦਾ ਹੈਗਾ। ਜੇ ਕਸਟਮਰ ਨੂੰ ਪ੍ਰੋਡਕਟ ਪਸੰਦ ਆ ਜਾਂਦਾ ਹੈਗਾ ਤਾਂ ਨਾਲ ਦੀ ਨਾਲ ਕੀ ਹੋ ਜਾਂਦੀ ਹੈਗੀ, ਪ੍ਰੋਡਕਟ ਆਪਾਂ ਸੇਲ ਵੀ ਕਰ ਦਿੰਦੇ ਹੈਗੇ। ਤਾਂ ਰੀਅਲ ਸੇਲ ਇਹਦੇ ਵਿੱਚ ਪੋਸੀਬਲ ਹੁੰਦੀ ਹੈਗੀ। क्लियर हो गया पर्सनल सेलिंग की हुंदा हैगा, पर्सनल सेलिंग दे की फीचर्स है हुंदे, ਤੁਹਾਨੂੰ ਐਡਵਰਟਾਈਜ਼ਮੈਂਟ ਤੇ पर्सनल सेलिंग ਦੇ ਵਿੱਚ ਡਿਫਰੈਂਸ ਆ ਜਾਂਦਾ ਹੈਗਾ ਤਾਂ ਉਹ ਵੀ ਲਿਖ ਕੇ ਆ ਸਕਦੇ ਹੋਗੇ। पर्सनल सेलिंग ਦੇ ਵਿੱਚ ਕੀ ਹੁੰਦਾ ਹੈ, पर्सनल ਫਾਰਮ ਦੇ ਵਿੱਚ ਹੁੰਦਾ, ਉਹ ਨਾਨ पर्सनल ਫਾਰਮ ਹੁੰਦੀ ਹੈਗੀ। ਇਹਦੇ ਵਿੱਚ ਔਰਲ ਕਨਵਰਸੇਸ਼ਨ ਹੁੰਦੀ ਹੈਗੀ, ਉਹਦੇ ਵਿੱਚ ਪੋਸੀਬਲ ਨਹੀਂ ਹੈਗੀ, ਉਹ ਵਨ ਵੇ ਕਮਿਊਨੀਕੇਸ਼ਨ ਹੈਗੀ। ਇਹਦੇ ਵਿੱਚ ਰਿਲੇਸ਼ਨ ਕ੍ਰੀਏਟ ਹੁੰਦੇ ਹੈਗੇ ਆਪਣੇ ਲੋਕਾਂ ਨਾਲ, ਉਹਦੇ ਵਿੱਚ ਨਹੀਂ ਹੁੰਦੇਗੇ। ਉਹ ਉੱਥੇ ਆਪਾਂ ਇਨਫੋਰਮੇਸ਼ਨ ਕੋਈ ਮਾਸ ਕਮਿਊਨੀਕੇਸ਼ਨ ਮੀਡੀਅਮ ਯੂਜ਼ ਕਰਕੇ ਪਹੁੰਚਾਣੇਗੇ, पर्सनल सेलिंग ਦੇ ਵਿੱਚ ਆਪਾਂ ਥਰੂ ਸੇਲਸਮੈਨ ਇਹ ਇਨਫੋਰਮੇਸ਼ਨ ਲੋਕਾਂ ਤੱਕ ਪਹੁੰਚਾਣੇ ਹੈਗੇ। ਕੁਇਕ ਸੋਲੂਸ਼ਨ ਆਫ ਕੁਐਰੀਜ਼ ਪਰਸਨਲ ਸੈਲਿੰਗ ਦੇ ਵਿੱਚ ਪੋਸੀਬਲ ਹੈ, ਲੇਕਿਨ ਐਡਵਰਟਾਈਜ਼ਿੰਗ ਦੇ ਵਿੱਚ ਪੋਸੀਬਲ ਨਹੀਂ ਹੈਗਾ। ਇੱਥੇ ਰੀਅਲ ਸੇਲ ਹੁੰਦੀ ਹੈਗੀ, ਉੱਥੇ ਰੀਅਲ ਸੇਲ ਨਹੀਂ ਹੁੰਦੀ, ਨਾਲ ਦੀ ਨਾਲ ਸੇਲ ਪੋਸੀਬਲ ਨਹੀਂ ਹੈਗੀ। ਕਸਟਮਰ ਬਾਅਦ ਚੋਂ ਸੋਚਦਾ ਹੈਗਾ ਅਟਰੈਕਟ ਹੋ ਕੇ ਖਰੀਦਣਾ ਜਾਂ ਨਹੀਂ ਖਰੀਦਣਾ। ਇੱਥੇ ਨਾਲ ਦੀ ਨਾਲ ਜੇ ਅਟਰੈਕਟ ਹੋ ਗਿਆ ਕਸਟਮਰ, ਸੇਲਸਮੈਨ ਕਸਟਮਰ ਨੂੰ ਸਮਾਨ ਵੇਚ ਲੂਗਾ। ਤੇ ਇਹ ਕੁਝ ਡਿਫਰੈਂਸ ਦੇ ਪੁਆਇੰਟਸ ਨੇਗੇ, ਜ਼ਰੂਰੀ ਨਹੀਂ ਹੈਗਾ ਡਿਫਰੈਂਸ ਦਾ ਬਾਕਸ ਤੁਸੀਂ ਅਲੱਗ ਤੋਂ ਯਾਦ ਕਰਨਾ ਹੈ, ਤੁਸੀਂ ਦੋਨਾਂ ਦੇ ਫੀਚਰ ਸਮਝ ਲੈ, ਯਾਦ ਕਰ ਲੈ, ਇਹਨਾਂ ਚੋਂ ਹੀ ਤੁਸੀਂ ਕੀ ਕਰਨਾ ਹੈਗਾ, ਡਿਫਰੈਂਸ ਬਣਾ ਕੇ ਆ जाने हैं। नाउ नेक्स्ट इज सेल्स प्रमोशन। सेल्स प्रमोशन ਤੁਹਾਨੂੰ ਪਤਾ ਹੀ ਹੈਗਾ ਕਿ ਐਡਵਰਟਾਈਜ਼ਿੰਗ, ਪਬਲਿਸਿਟੀ, ਪਬਲਿਕ ਰਿਲੇਸ਼ਨਸ ਹੋ ਗਏ, ਪਰਸਨਲ ਸੈਲਿੰਗ ਹੋ ਗਈ। ਇਹਨਾਂ ਤੋਂ ਇਲਾਵਾ ਕੋਈ ਵੀ ਤੁਸੀਂ ਅਨਦਰ ਟੂਲ ਯੂਜ਼ ਕਰ ਰਹੇ ਹੋਗੇ ਕਸਟਮਰਸ ਨੂੰ ਅਟਰੈਕਟ ਕਰਨ ਲਈ, ਪ੍ਰੋਡਕਟ ਖਰੀਦਣ ਵਾਸਤੇ, ਉਹਨਾਂ ਨੂੰ ਇਨਫੋਰਮ ਕਰਨ ਲਈ, ਉਹ ਸਾਰੇ ਤੁਹਾਡੇ ਕਿਹਦੇ ਵਿੱਚ ਆ ਜਾਣਗੇ, ਸੇਲਸ ਪ੍ਰਮੋਸ਼ਨ ਟੈਕਨੀਕਸ ਦੇ ਵਿੱਚ ਆ ਜਾਣਗੇ। ਇਟ ਰੈਫਰਸ ਟੂ ਸ਼ਾਰਟ ਟਰਮ ਇਨਸੈਂਟਿਵਸ ਵਿਚ ਆਰ ਡਿਜ਼ਾਈਨਡ ਟੂ ਇਨਕਰੇਜ ਦੀ ਬਾਇਰ ਟੂ ਮੇਕ ਇਮੀਡੀਏਟ ਪਰਚੇਜ਼ ਆਫ ਪ੍ਰੋਡਕਟਸ। ਕੋਈ ਵੀ ਇਹੋ ਜਿਹਾ ਸ਼ਾਰਟ ਟਰਮ ਇਨਸੈਂਟਿਵ ਜਿਹੜਾ ਤੁਸੀਂ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਹੈਗਾ ਤਾਂ ਕਿ ਕਸਟਮਰ ਜੋ ਹੈ ਨਾਲ ਦੀ ਨਾਲ ਪਰਚੇਜ਼ ਆਫ ਪ੍ਰੋਡਕਟਸ ਕਰ ਲੈ, ਯਾਨੀ ਕਿ ਪ੍ਰੋਡਕਟਸ ਪਰਚੇਜ਼ ਕਰ ਲੈ, ਉਹਨੂੰ ਆਪਾਂ ਕੀ ਕਹਿੰਦੇ ਹੈਗੇ, ਸੇਲਸ ਪ੍ਰਮੋਸ਼ਨ। ਹੁਣ ਇਹਦੀਆਂ ਕੀ ਐਗਜ਼ਾਮਪਲਸ ਹੋਣਗੀਆਂ, ਇਹਦੀਆਂ ਐਗਜ਼ਾਮਪਲਸ ਹੋਣਗੀਆਂ ਬਾਈ 1 ਗੈਟ 1 ਫ੍ਰੀ। ਇਦਾਂ ਦੀਆਂ ਆਪਾਂ ਚੀਜ਼ਾਂ ਸੁਣਦੇ ਆ ਨਾ, ਬਾਈ 1 ਗੈਟ 1 ਫ੍ਰੀ, ਬਾਈ 2 ਗੈਟ 1 ਫ੍ਰੀ, 20% ਡਿਸਕਾਊਂਟ, 20% extra in product, free gift attached। ਇਦਾਂ ਦੇ ਜਿਹੜੇ ਵੀ ਤੁਸੀਂ ਆ ਛੋਟੇ ਛੋਟੇ ਇਨਸੈਂਟਿਵ ਚੂਜ਼ ਕਰ ਦਿਓ, ਇਹ ਇਨਸੈਂਟਿਵ ਜਿਹੜੇ ਹੁੰਦੇ ਹੈਗੇ ਕੰਪਨੀਆਂ ਕੁਝ ਸਪੈਸ਼ਲ ਓਕੇਜ਼ਨ ਤੇ ਕਸਟਮਰਸ ਨੂੰ ਦਿੰਦੀਆਂ ਹੈਗੇ ਤਾਂ ਕਿ ਉਸ ਓਕੇਜ਼ਨ ਤੇ ਕਸਟਮਰ ਅਟਰੈਕਟ ਹੋ ਕੇ ਜ਼ਿਆਦਾ ਖਰੀਦਦਾਰੀ ਕਰੇ। ਜਿਵੇਂ ਤਿਉਹਾਰਾਂ ਵਗੈਰਾ ਤੇ ਇਹੋ ਜਿਹੀ ਚੀਜ਼ਾਂ ਤੁਹਾਨੂੰ ਜ਼ਿਆਦਾ ਦੇਖਣ ਨੂੰ ਮਿਲਣਗੀਆਂ, ਦੀਵਾਲੀ ਵਗੈਰਾ ਤੇ ਇਹੋ ਜਿਹੀ ਚੀਜ਼ਾਂ ਆਪਾਂ ਨੂੰ ਜ਼ਿਆਦਾ ਦੇਖਣ ਨੂੰ ਮਿਲਦੀਆਂ ਕਿਉਂਕਿ ਉਦੋਂ ਕੀ ਹੁੰਦਾ, ਲੋਕ ਖਰੀਦਦਾਰੀ ਕਰਦੇ ਹੈਗੇ। ਤੇ ਜੇ ਆਪਾਂ ਉਹਨਾਂ ਨੂੰ ਇਹੋ ਜਿਹੇ ਛੋਟੇ ਛੋਟੇ ਇਨਸੈਂਟਿਵ ਦੇਵਾਂਗੇ ਤਾਂ ਉਹ ਜ਼ਿਆਦਾ ਹੋਰ ਅਟਰੈਕਟ ਹੋਣਗੇ ਆਪਣੇ ਪ੍ਰੋਡਕਟ ਵੱਲ ਤੇ ਆਪਣੇ ਪ੍ਰੋਡਕਟ ਨੂੰ ਵੱਧ ਤੋਂ ਵੱਧ ਖਰੀਦਣਗੇ। ਤੇ ਆ ਜਿਹੜੀਆਂ ਵੀ ਤੁਸੀਂ ਟੂਲਸ ਯੂਜ਼ ਕਰ ਰਹੇ ਹੋਗੇ, ਟੈਕਨੀਕਸ ਯੂਜ਼ ਕਰ ਰਹੇ ਹੋ, ਸਾਰੀਆਂ ਕਿਹਦੇ ਵਿੱਚ ਆਉਂਦੀਆਂ ਹੈਗੀਆਂ, ਸੇਲਸ ਪ੍ਰਮੋਸ਼ਨ ਟੈਕਨੀਕਸ ਦੇ ਵਿੱਚ ਆਉਂਦੀਆਂ ਹੈਗੀਆਂ। ਸੇਲਸ ਪ੍ਰਮੋਸ਼ਨ ਦਾ ਮਤਲਬ ਸਮਝ ਆ ਗਿਆ ਤੁਹਾਨੂੰ। ਹੁਣ ਸੇਲਸ ਪ੍ਰਮੋਸ਼ਨ ਦੇ ਫੀਚਰਸ ਕੀ ਹੈਗੇ, ਸਭ ਤੋਂ ਪਹਿਲਾ ਫੀਚਰ ਤਾਂ ਇਹੀ ਕਹਿੰਦਾ ਹੈਗਾ ਕਿ ਇਹਦੇ ਵਿੱਚ ਐਡਵਰਟਾਈਜ਼ਿੰਗ, ਪਰਸਨਲ ਸੈਲਿੰਗ ਤੇ ਪਬਲਿਸਿਟੀ ਇਨਕਲੂਡ ਨਹੀਂ ਹੁੰਦੇ। ठीक है, नॉट रूटीन एक्टिविटी नहीं है। ये एक्टिविटीज कदों होंदियां हैं, ओनली ऑन स्पेशल ओकेजन ते ही ये अंडरटेकन की जाती है। ये आपां नूं हेल्प कर देंगे अपनी सेल्स इंक्रीज करन दे विच ते ये कस्टमर्स नूं ही नहीं मोटिवेट करदियां बल्कि डिस्ट्रीब्यूटर्स नूं भी मोटिवेट करदियां कि वध तों वध समान खरीदण। तां आ कुछ फीचर्स नेगे सेल्स प्रमोशन टेक्निक्स दे। सेल्स प्रमोशन समझ आ गया। नाउ नेक्स्ट इज पब्लिक रिलेशंस। हुण पब्लिक दे विच देखो कौन आ जांदा है, पब्लिक दे विच सारे लोग ही आ जांदे हैं जिन्हां नाल तुसीं डील कर दोगे। पब्लिक दे विच हुण कस्टमर्स भी आ जांदे हैं, अपने कस्टमर्स नाल भी अपनी डीलिंग हुंदी हैगी। कंज्यूमर्स ये भी पब्लिक दा पार्ट है। सैलर्स जिन्हां तो समान खरीद रहे होंगे, होलसेलर रिटेलर वगैरह, वो भी पब्लिक दा पार्ट है। इन्वेस्टर्स जो थोड़े बिजनेस दे विच इन्वेस्ट कर रहे हैं, वो भी पब्लिक दा पार्ट है। सोसाइटी जिथे रह के तुसीं काम कर रहे होंगे, वो भी पब्लिक दा पार्ट है। इदां ही हर एक लोग की हैगा पब्लिक दा पार्ट है। इंप्लॉयज वो जिहड़े थोड़े कोल लोकी काम करदे हैगे, वो भी की हैगे थोड़े पब्लिक दे ही विच इंक्लूड किते जांदे, यानी कि पब्लिक दी डेफिनेशन दे विच ये सारे लोकी इंक्लूड किते जांदे हैगे जिहड़े बिजनेस दे नाल जुड़े हुंदे हैगे किसी भी तरीके नाल। ਜਿਹੜੇ ਆਪਣੇ ਤੋਂ ਸਮਾਨ ਖਰੀਦ ਰਹੇ, ਆਪਾਂ ਜਿਨ੍ਹਾਂ ਤੋਂ ਸਮਾਨ ਖਰੀਦਦੇ, ਜਿਹੜੇ ਆਪਣੇ ਬਿਜ਼ਨਸ 'ਚ ਪੈਸਾ ਲਾਉਂਦੇ ਹੈਗੇ, ਜਿਹੜੇ ਆਪਣੇ ਆਸ-ਪਾਸ ਦੇ ਲੋਕ ਨੇ, ਜਿਹੜੇ ਆਪਣੇ ਬਿਜ਼ਨਸ ਦੇ ਵਿੱਚ ਕੰਮ ਕਰਦੇ, ਇਹ ਸਾਰੇ ਕੀ ਬਣਨਗੇ, ਇਕੱਠੇ ਮਿਲ ਕੇ ਪਬਲਿਕ ਫਾਰਮ ਕਰਦੇ ਹੈਗੇ। ਠੀਕ ਹੈ, ਹੁਣ ਇਹਨਾਂ ਸਾਰੇ ਬੰਦਿਆਂ ਨਾਲ ਰਿਲੇਸ਼ਨਸ ਵਧੀਆ ਰੱਖਣੇ ਵੀ ਬਹੁਤ ਵਧੀਆ, ਬਹੁਤ
ਜ਼ਰੂਰੀ ਹੈਗਾ। ਕਿਉਂ ਜ਼ਰੂਰੀ ਹੈਗਾ? ਜੇ ਆਪਣੇ ਇਹਨਾਂ ਨਾਲ ਰਿਲੇਸ਼ਨਸ ਵਧੀਆ ਨਹੀਂ ਹੋਣਗੇ ਤਾਂ ਆਪਣੇ ਪ੍ਰੋਡਕਟਸ ਨਹੀਂ ਵਿਕਣਗੇ। ਜੇ ਆਪਣੇ ਇਹਨਾਂ ਨਾਲ ਰਿਲੇਸ਼ਨਸ ਵਧੀਆ ਹੋਣਗੇ ਤਾਂ ਹੀ ਇਹ ਆਪਣੇ ਪ੍ਰੋਡਕਟ ਨੂੰ ਪ੍ਰਮੋਟ ਕਰਨ ਦੇ ਵਿੱਚ ਹੈਲਪ ਕਰਨਗੇ। ਜੇ ਤੁਸੀਂ ਕਸਟਮਰਸ ਨੂੰ ਵਧੀਆ ਸਰਵਿਸਿਜ਼ ਪ੍ਰੋਵਾਈਡ ਕਰਦੇ ਹੋਗੇ ਤਾਂ ਹੀ ਕਸਟਮਰ ਤੁਹਾਡੇ ਪ੍ਰੋਡਕਟ ਨੂੰ ਅੱਗੇ ਰਿਕਮੈਂਡ ਕਰੂਗਾ। ਜੇ ਤੁਸੀਂ ਕਸਟਮਰ ਨਾਲ ਮਿਸਬਿਹੇਵ ਕਰਦੇ ਹੋ, ਉਹਨੂੰ ਵਧੀਆ ਸਰਵਿਸ ਨਹੀਂ ਦਿੰਦੇ, ਫਿਰ ਉਹ ਤੁਹਾਡੇ ਪ੍ਰੋਡਕਟ ਨੂੰ ਅੱਗੇ ਰਿਕਮੈਂਡ ਨਹੀਂ ਕਰੂਗਾ। ਜਿਵੇਂ ਕਿ ਆਪਾਂ ਐਗਜ਼ਾਮਪਲ ਲਿੱਤੀ ਸੀਗੀ ਰੈਸਟੋਰੈਂਟ ਵਾਲੀ, ਕਿ ਤੁਸੀਂ ਇੱਕ ਨਵਾਂ ਰੈਸਟੋਰੈਂਟ ਖੁੱਲਿਆਗਾ, ਤੁਸੀਂ ਉੱਥੇ ਖਾਣਾ ਖਾਣ ਜਾਂਦੇ ਹੋ, ਉੱਥੇ ਜਾ ਕੇ ਤੁਹਾਨੂੰ ਬਹੁਤ ਵਧੀਆ ਇਨਵਾਇਰਨਮੈਂਟ ਮਿਲਦਾ ਹੈ, ਬਹੁਤ ਵਧੀਆ ਸਰਵਿਸ ਮਿਲਦੀ ਹੈ, ਤੇ ਤੁਸੀਂ ਉੱਥੋਂ ਖੁਸ਼ ਹੋ ਕੇ ਆਉਂਦੇ ਹੋ। ਜੇ ਤੁਸੀਂ ਉੱਥੋਂ ਖੁਸ਼ ਹੋ ਕੇ ਆਓਗੇ, ਤੁਸੀਂ ਆਪਣੇ 4 ਦੋਸਤਾਂ ਨੂੰ, 4 ਰਿਸ਼ਤੇਦਾਰਾਂ ਨੂੰ ਵੀ ਦੱਸੋਗੇ ਕਿ ਬਈ ਨਵਾਂ ਰੈਸਟੋਰੈਂਟ ਖੁੱਲਿਆਗਾ, ਬਹੁਤ ਵਧੀਆ ਜਗ੍ਹਾ, ਕਿ ਇੱਕ ਵਾਰੀ ਟਰਾਈ ਜ਼ਰੂਰ ਕਰਕੇ ਆਈਏ, ਤੁਹਾਨੂੰ ਬਹੁਤ ਪਸੰਦ ਆਊਗੀ। ਤਾਂ ਇਹ ਕੀ ਹੈਗਾ? ਪਬਲਿਕ ਰਿਲੇਸ਼ਨ ਦਾ ਹੀ ਪਾਰਟ ਹੈਗਾ ਕਿ ਇਹਨਾਂ ਸਾਰੇ ਲੋਕਾਂ ਨਾਲ ਤੁਸੀਂ ਮਿਊਚੁਅਲ ਅੰਡਰਸਟੈਂਡਿੰਗ ਕ੍ਰੀਏਟ ਕਰਕੇ ਰੱਖਣੀ ਹੈ ਤਾਂ ਕਿ ਇਹ ਤੁਹਾਡੇ ਬਿਜ਼ਨਸ ਨੂੰ ਸਪੋਰਟ ਕਰਨ, ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕਰਨ। ਪਬਲਿਕ ਰਿਲੇਸ਼ਨ ਇਜ਼ ਦੀ ਡੈਲੀਬਰੇਟ, planned and sustained effort to establish and maintaining mutual understanding between an organization and its public। ਕੋਈ ਵੀ ਇਹੋ ਜਿਹਾ ਡੈਲੀਬਰੇਟ ਐਫਰਟ ਪਲਾਨ ਕਰਕੇ ਜੋ ਤੁਸੀਂ ਕਰਦੇ ਹੋ ਤਾਂ ਕਿ ਤੁਹਾਡੀ ਮਿਊਚੁਅਲ ਅੰਡਰਸਟੈਂਡਿੰਗ ਬਣੀ ਰਵੇ ਪਬਲਿਕ ਨਾਲ, ਉਹਨੂੰ ਆਪਾਂ ਪਬਲਿਕ ਰਿਲੇਸ਼ਨਸ ਦਾ ਨਾਮ ਦਿੰਦੇ। ਹੁਣ ਪਬਲਿਕ ਰਿਲੇਸ਼ਨਸ ਕਰ ਕਿਉਂ ਰਹੇ ਤਾਂ ਕਿ ਆਪਣੇ ਪ੍ਰੋਡਕਟਸ ਵਿਕਦੇ ਰਹਿਣ, ਕੋਈ ਵੀ ਦਿੱਕਤ ਨਾ ਆਵੇ ਆਪਾਂ ਨੂੰ ਮਾਰਕੀਟਿੰਗ ਐਕਟੀਵਿਟੀਜ਼ ਪਰਫਾਰਮ ਕਰਨ ਦੇ ਵਿੱਚ। ਜੇ ਤੁਸੀਂ ਸੁਸਾਇਟੀ ਨੂੰ ਹਾਰਮ ਕਰ ਰਹੇ ਹੋਗੇ, ਪੋਲੂਸ਼ਨ ਫੈਲਾ ਰਹੇ ਹੋਗੇ, ਤਾਂ ਵੀ ਸੁਸਾਇਟੀ ਤੁਹਾਨੂੰ ਬਾਈਕਾਟ ਕਰ ਸਕਦੀ, ਤੁਹਾਡੇ ਪ੍ਰੋਡਕਟਸ ਨੂੰ ਬਾਈਕਾਟ ਕਰ ਸਕਦੀ ਹੈ, ਤੁਹਾਨੂੰ बैन करवा सकते हैं गवर्नमेंट वगैरह। तो इसलिए सारा नाल रिलेशंस बना के रखने बहुत जरूरी होंगे। तो फीचर्स की ने सब तो पहला फीचर है सिक्योरिंग कोऑपरेशन ऑफ पब्लिक रिलेशंस क्रिएट करन दे पर्पस की हैगा अपना ताकि ਆਪਾਂ पब्लिक तो कोऑपरेशन सिक्योर कर सके, मतलब कि पब्लिक ਦਾ सपोर्ट ਆਪਾਂ ਕੀ ਕਰ ਸਕੇ, सिक्योर कर सके। कि पब्लिक जो है, पब्लिक ਦੇ ਵਿੱਚ ਬਹੁਤ ਸਾਰੇ ਲੋਕ ਹੈ, डिफरेंट ग्रुप्स ਦੇ ਲੋਕ ਆਉਂਦੇ, ਉਹ ਕਿਸੇ ਵੀ ਪੁਆਇੰਟ ਤੇ ਆ ਕੇ ਆਪਣੇ ਅਗੇਂਸਟ, ਆਪਣੇ ਬਿਜ਼ਨਸ ਦੇ ਅਗੇਂਸਟ ਨਾ ਹੋਣ, ਬਲਕਿ ਹਮੇਸ਼ਾ ਆਪਣੇ ਬਿਜ਼ਨਸ ਨੂੰ ਸਪੋਰਟ ਕਰਨ। ਇਹੀ ਪਰਪਸ ਹੁੰਦਾ ਹੈਗਾ ਪਬਲਿਕ ਨਾਲ ਰਿਲੇਸ਼ਨਸ ਕ੍ਰੀਏਟ ਕਰਨ ਦਾ। ਸਕਸੈਸਫੁਲ ਰਿਲੇਸ਼ਨ ਵਿਦ ਪਬਲਿਕ ਰਿਲੇਸ਼ਨ ਐਕਟੀਵਿਟੀ ਪਰਫਾਰਮ ਕਰਕੇ ਹੀ ਤੁਸੀਂ ਪਬਲਿਕ ਨਾਲ, ਯਾਨੀ ਕਿ ਡਿਫਰੈਂਟ ਗਰੁੱਪ ਆਫ ਲੋਕਾਂ ਨਾਲ ਕੀ ਕਰ ਸਕਦੇ ਹੋ, ਵਧੀਆ ਰਿਲੇਸ਼ਨਸ ਕ੍ਰੀਏਟ ਕਰ ਸਕਦੇ ਹੋ। ਸੈਟੀਸਫਾਈਂਗ ਡਿਫਰੈਂਟ ਗਰੁੱਪਸ, ਪਬਲਿਕ ਰਿਲੇਸ਼ਨ ਕ੍ਰੀਏਟ ਕਰਕੇ, ਉਹਨਾਂ ਨਾਲ ਸਪੋਰਟ ਕਰਕੇ, ਉਹਨਾਂ ਨੂੰ ਸਪੋਰਟ ਕਰਕੇ ਤੇ ਉਹਨਾਂ ਦਾ ਸਪੋਰਟ ਲੈ ਕੇ, ਉਹਨਾਂ ਨਾਲ ਮਿਊਚੁਅਲ ਅੰਡਰਸਟੈਂਡਿੰਗ ਕ੍ਰੀਏਟ ਕਰਕੇ, ਜਿਹੜੇ ਵੀ ਆਹ ਡਿਫਰੈਂਟ ਗਰੁੱਪਸ, ਕੰਜ਼ਿਊਮਰ, ਸੈਲਰ, ਇਨਵੈਸਟਰ, ਇੰਪਲੋਇਜ਼ ਵਗੈਰਾ ਸੋਸਾਇਟੀ ਹੈਗੇ, ਇਹਨਾਂ ਸਾਰਿਆਂ ਨੂੰ ਤੁਸੀਂ ਕੀ ਕਰ ਸਕਦੇ ਹੋਗੇ, ਸੈਟੀਸਫਾਈ ਕਰ ਸਕਦੇ ਹੋਗੇ। ਇੰਗੇਜਿੰਗ ਇਨ ਡਾਇਲੌਗ, ਹੁਣ ਪਬਲਿਕ ਰਿਲੇਸ਼ਨ ਤੁਸੀਂ ਮਿਊਚੁਅਲ ਅੰਡਰਸਟੈਂਡਿੰਗ ਕ੍ਰੀਏਟ ਕਰਨੀ ਹੈ। ਮਿਊਚੁਅਲ ਅੰਡਰਸਟੈਂਡਿੰਗ ਕਿਵੇਂ ਕ੍ਰੀਏਟ ਹੋਊਗੀ? ਜੇ ਤੁਸੀਂ ਇੱਕ ਦੂਜੇ ਨਾਲ ਗੱਲਬਾਤ ਕਰੋਗੇ ਤਾਂ ਉਹੀ ਡਾਇਲੌਗ, ਐਕਸਚੇਂਜ ਆਫ ਆਈਡੀਆਜ਼, ਉਹਨਾਂ ਦੀ ਗੱਲ ਸੁਣੋ, ਆਪਦੀ ਗੱਲ ਉਹਨਾਂ ਅੱਗੇ ਰੱਖੋ। ਤੇ ਜਦੋਂ ਤੁਸੀਂ ਇੱਕ ਦੂਜੇ ਅੱਗੇ ਆਪਦੇ ਆਈਡੀਆਜ਼ ਵਗੈਰਾ ਐਕਸਚੇਂਜ ਕਰੋਗੇ, ਆਪਦੇ ਥਾਟਸ ਐਕਸਚੇਂਜ ਕਰੋਗੇ, ਤਾਂ ਉਹਦੇ ਨਾਲ ਤੁਹਾਡੇ ਪਬਲਿਕ ਰਿਲੇਸ਼ਨਸ ਕੀ ਹੋਣਗੇ, ਵਧੀਆ ਬਣਨਗੇ। ਆਨਗੋਇੰਗ ਐਕਟੀਵਿਟੀ ਇਦਾਂ ਨਹੀਂ ਹੈਗਾ ਕਿ ਤੁਸੀਂ ਇੱਕ ਵਾਰੀ ਉਹਨਾਂ ਨੂੰ ਸਪੋਰਟ ਕਰ ਲਿਆ, ਉਹਨਾਂ ਨਾਲ ਰਿਲੇਸ਼ਨਸ ਕ੍ਰੀਏਟ ਕਰ ਲਿਆ, ਦੈਨ ਬਾਅਦ ਵਿੱਚ ਉਹਨਾਂ ਨੂੰ ਸਰਵਿਸਿਜ਼ ਵਧੀਆ ਨਾ ਪ੍ਰੋਵਾਈਡ ਕਰੋ, ਤਾਂ ਇਦਾਂ ਨਹੀਂ ਹੈਗਾ। ਤੁਹਾਨੂੰ ਰੈਗੂਲਰ ਬੇਸਿਸ ਤੇ ਇਹ ਐਕਟੀਵਿਟੀ ਪਰਫਾਰਮ ਕਰਨੀ ਪਊਗੀ। ਸਪੈਸ਼ਲਾਈਜ਼ ਐਕਟੀਵਿਟੀ ਪਬਲਿਕ ਰਿਲੇਸ਼ਨਸ ਕ੍ਰੀਏਟ ਕਰਨੇ, ਜਿਵੇਂ ਬਾਕੀ ਸਾਰੀਆਂ ਐਕਟੀਵਿਟੀਜ਼ ਆਪਾਂ ਪਰਫਾਰਮ ਕਰਦੇ ਹਾਂ, ਮਾਰਕੀਟਿੰਗ, ਪਰਚੇਸ, ਸੇਲ ਵਗੈਰਾ, ਉਦਾਂ ਹੀ ਪਬਲਿਕ ਰਿਲੇਸ਼ਨ ਵੀ ਇੱਕ ਮੇਨ ਤੇ ਇੰਪੋਰਟੈਂਟ ਐਕਟੀਵਿਟੀ ਹੈ ਬਿਜ਼ਨਸ ਦੇ ਵਿੱਚ, ਤੇ ਇੰਪੋਰਟੈਂਟ ਪਾਰਟ ਹੈ ਬਿਜ਼ਨਸ ਆਰਗੇਨਾਈਜੇਸ਼ਨਸ ਦਾ। ਤਾਂ ਆ ਕੁਝ ਫੀਚਰਸ ਹੈਗੇ ਪਬਲਿਕ ਰਿਲੇਸ਼ਨਸ ਦੇ, ਤੇ ਇੰਨਾ ਹੀ ਆਪਣਾ ਟੌਪਿਕ ਸੀਗਾ। ਪਬਲਿਕ ਰਿਲੇਸ਼ਨਸ ਬਾਰੇ ਪੜ੍ਹ ਲਿਆ ਆਪਾਂ, ਸੇਲਸ ਪ੍ਰਮੋਸ਼ਨ ਬਾਰੇ ਪੜ੍ਹ ਲਿਆ, ਪਰਸਨਲ ਸੈਲਿੰਗ ਬਾਰੇ ਪੜ੍ਹ ਲਿਆ, ਐਡਵਰਟਾਈਜ਼ਮੈਂਟ ਬਾਰੇ ਪੜ੍ਹ ਲਿਆ। ਹੁਣ ਇਸੀ ਨਾਲ ਆਪਣਾ ਚੈਪਟਰ ਇਹ ਕੰਪਲੀਟ ਹੁੰਦਾ ਹੈਗਾ। ਜੇ ਤੁਹਾਨੂੰ ਕੋਈ ਵੀ ਡਾਊਟ ਹੋਵੇ, ਕੋਈ ਵੀ ਕੁਐਰੀ ਹੋਵੇ, ਤਾਂ ਪਲੀਜ਼ ਆਪਣੀ ਕੁਐਰੀਜ਼ ਕਮੈਂਟ ਡਾਊਨ ਕਰ ਦਿਓ, ਆਪਾਂ ਜ਼ਰੂਰ ਡਿਸਕਸ ਕਰਾਂਗੇ। ਮੈਂ ਪੂਰਾ ਟਰਾਈ ਕਰੂੰਗੀ ਤੁਹਾਡੀ ਸਾਰੀ ਕੁਐਰੀਜ਼ ਸੋਲਵ ਕਰ ਸਕਾਂ। ਹੁਣ ਬਸ ਆਪਣਾ ਇੱਕੋ ਹੀ ਚੈਪਟਰ ਬਚਾ ਹੈਗਾ, 10th ਚੈਪਟਰ ਫਾਈਨੈਂਸ਼ੀਅਲ ਮਾਰਕੀਟ। ਬਾਕੀ ਸਾਰੇ ਚੈਪਟਰਸ ਆਪਣੇ ਬਿਜ਼ਨਸ ਸਟੱਡੀ ਕਲਾਸ +2 ਦੇ ਕੰਪਲੀਟ ਹੋ ਚੁੱਕੇ ਹੈਗੇ, ਤੇ ਸਾਰੇ ਦੇ ਸਾਰੇ ਚੈਪਟਰਸ ਤੁਹਾਨੂੰ ਬਿਜ਼ਨਸ ਕਲਾਸ 12 2023-24 ਵਾਲੀ ਪਲੇਲਿਸਟ ਦੇ ਵਿੱਚ ਮਿਲ ਜਾਣਗੇ, ਤੁਸੀਂ ਉੱਥੋਂ ਚੈੱਕਆਊਟ ਕਰ ਸਕਦੇ ਹੋ। ਓਕੇ ਦੈਨ ਮਿਲਾਂਗੇ ਨੈਕਸਟ ਲੈਕਚਰ ਦੇ ਵਿੱਚ। ਨੈਕਸਟ ਲੈਕਚਰ ਦੇ ਵਿੱਚ ਆਪਾਂ ਸ਼ੁਰੂ ਕਰਾਂਗੇ ਨਵਾਂ ਚੈਪਟਰ ਫਾਈਨੈਂਸ਼ੀਅਲ ਮਾਰਕੀਟ। ਹੈਵ ਅ ਗੁੱਡ ਡੇ।